ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੈ। ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੈ। ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੈ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਵਾਲੀਏ ਕੁਲ ਆਲਮ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਭਟਕੀਆਂ ਰੂਹਾਂ ਨੂੰ ਰੌਸ਼ਨੀ ਦੇਣ ਵਾਲੇ ਗੁਰਦੇਵ, ਸ਼ਬਦ ਸਵਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸੁਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਜਿਤਨੇ ਵੀ ਮਾਈ ਭਾਈ ਜਨ ਗੁਰੂ ਚਰਨਾਂ ਵਿੱਚ ਸੱਜ ਕੇ ਬੈਠੇ ਹੋ, ਗੁਰੂ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਰਬੱਤ ਮਾਈ ਭਾਈ ਗੁਰੂ ਫਤਿਹ ਨਾਲ ਸਾਂਝ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਸਰਬੱਤ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਸ਼ਲੋਕ ਆਪ ਜੀ ਨੇ ਸ਼ਰਵਣ ਕੀਤਾ ਹੈ, ਇਹ ਪਾਵਨ ਬਚਨ ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹਨ। ਲੜੀਵਾਰ ਸ਼ਲੋਕਾਂ ਦੇ ਵਿੱਚੋਂ 19 ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਬੜੇ ਪਿਆਰ ਦੇ ਨਾਲ ਸ਼ਰਵਣ ਕੀਤਾ ਹੈ।
ਸਮੁੱਚੀ ਬਾਣੀ ਨੂੰ ਪੜ੍ਹ ਕੇ ਵੇਖੀਏ, ਮਹਾਰਾਜ ਨੇ ਸ਼ਲੋਕਾਂ ਦੇ ਰਾਹੀਂ, ਪੌੜੀਆਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਸਾਡੇ ਕੁਰਾਹੇ ਪਏ ਹੋਏ ਜੀਵਨ ਨੂੰ ਸੱਚ ਦੇ ਮਾਰਗ ਤੇ ਤੋਰਨ ਦਾ ਯਤਨ ਕੀਤਾ ਹੈ। ਜਿੱਥੇ ਇਹਨਾਂ ਸ਼ਲੋਕਾਂ, ਪੌੜੀਆਂ ਅਤੇ ਸ਼ਬਦਾਂ ਦੇ ਰਾਹੀਂ ਮਹਾਰਾਜ ਨੇ ਸਾਡੇ ਸਾਹਮਣੇ ਸਾਡੇ ਜੀਵਨ ਦਾ ਅਸਲੀ ਸੱਚ ਨਿਖਾਰ ਕੇ ਰੱਖਿਆ ਹੈ, ਇਸ ਦੇ ਨਾਲ ਨਾਲ ਰਾਗ, ਤਾਲ, ਕਾਵ, ਇਹਨਾਂ ਸਾਰੀਆਂ ਗੱਲਾਂ ਨੂੰ ਮਹਾਰਾਜ ਨੇ ਧਿਆਨ ਵਿੱਚ ਰੱਖਦਿਆਂ ਸਾਡਾ ਅਧਿਆਤਮਕ ਪੱਖ, ਸਾਡਾ ਅੰਤਰ ਆਤਮਾ ਆਤਮਿਕ ਤੌਰ ਤੇ ਜਾਣੇ ਸਾਨੂੰ ਗੁਰੂ ਪਾਤਸ਼ਾਹ ਮਹਾਰਾਜ ਨੇ ਉੱਚਾ ਸੁੱਚਾ ਕਿਰਦਾਰ ਤੇ ਇਖਲਾਕ ਇਹਨਾਂ ਸ਼ਬਦਾਂ ਤੇ ਸ਼ਲੋਕਾਂ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਧਰਮ ਦੇ ਨਾਮ ਤੇ ਪੂਜਾ ਪ੍ਰਤਿਸ਼ਠਾ ਅਤੇ ਭੁੱਲੀ ਭਟਕੀ ਅੰਧ ਵਿਸ਼ਵਾਸ ਦੇ ਵਿੱਚ ਰੁਲਦੀ ਹੋਈ ਲੁਕਾਈ ਨੂੰ ਸਤਿਗੁਰੂ ਮਹਾਰਾਜ ਨੇ ਕਲਾਵੇ ਦੇ ਵਿੱਚ ਲੈ ਕੇ ਬੜੇ ਹੀ ਪਿਆਰ ਦੇ ਨਾਲ ਉਸ ਰਸਤੇ ਵੱਲ ਨੂੰ ਤੋਰਿਆ ਜਿਹੜਾ ਰਸਤਾ ਰੱਬ ਦੇ ਘਰ ਵੱਲ ਨੂੰ ਜਾਂਦਾ ਹੈ, ਮਾਲਕ ਪਰਮਾਤਮਾ ਵਾਹਿਗੁਰੂ ਤੱਕ ਪਹੁੰਚਦਾ ਹੈ। ਚਾਹੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੀਏ, ਚਾਹੇ ਫਰੀਦ ਸਾਹਿਬ ਜੀ ਦੀ ਬਾਣੀ ਪੜ੍ਹੀਏ, ਇਸ ਬਾਣੀ ਦੇ ਵਿੱਚ ਇੰਨਾ ਕੁ ਰਹੱਸ ਝਲਕਦਾ ਹੈ। ਇਸ ਬਾਣੀ ਦੇ ਵਿੱਚੋਂ ਬਹੁਤ ਸਾਰੀਆਂ ਵਿਚਾਰਾਂ ਉਹ ਹਨ ਜਿਹੜੀਆਂ ਸਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਕੇ ਜਾਂਦੀਆਂ ਨੇ। ਬਹੁਤ ਸਾਰੀਆਂ ਵਿਚਾਰਾਂ ਉਹ ਨੇ ਜਿਹੜੀਆਂ ਸਾਨੂੰ ਕਰਮ ਕਾਂਡ ਛੱਡਣ ਲਈ ਆਖਦੀਆਂ ਨੇ। ਬਹੁਤ ਸਾਰੀਆਂ ਵਿਚਾਰਾਂ ਉਹ ਨੇ ਜਿਹੜੀਆਂ ਸਾਨੂੰ ਪਰਮਾਤਮਾ ਵਾਹਿਗੁਰੂ ਦੇ ਨੇੜੇ ਲੈ ਕੇ ਜਾਂਦੀਆਂ ਨੇ। ਇਸੇ ਵਾਸਤੇ ਮਹਾਰਾਜ ਨੇ ਸਮੁੱਚੇ ਰੂਪ ਵਿੱਚ ਇਸ ਬਾਣੀ ਨੂੰ ਧੁਰ ਕੀ ਬਾਣੀ ਆਖਿਆ ਹੈ, ਕਿਉਂਕਿ ਸਾਡੇ ਜੀਵਨ ਦੇ ਕਈ ਪੱਖ ਨੇ, ਅਲੱਗ-ਅਲੱਗ ਪੱਖ ਨੇ। ਕਿਧਰੇ ਅਸੀਂ ਕਰਮਕਾਂਡੀ ਵੀ ਹਾਂ, ਕਿਧਰੇ ਅੰਧ ਵਿਸ਼ਵਾਸੀ ਵੀ ਹਾਂ, ਕਿਧਰੇ ਬੇਭਰੋਸਗੀ ਸਾਡੇ ਜੀਵਨ ਵਿੱਚ ਟਿਕਾਣਾ ਕਰਕੇ ਬੈਠੀ ਹੈ, ਕਿਧਰੇ ਸਾਡੇ ਜੀਵਨ ਦਾ ਸੁਰ, ਤਾਲ ਅਤੇ ਰਾਗ ਜਿਹੜਾ ਵਾ ਉਹਦੇ ਤੋਂ ਅਸੀਂ ਖੁੰਝੇ ਹੋਏ ਹਾਂ। ਜ਼ਿੰਦਗੀ ਦਾ ਅਸਲੀ ਮਕਸਦ ਜਿਹੜਾ ਉਹਦੇ ਤੋਂ ਅਸੀਂ ਭਟਕੇ ਹੋਏ ਹਾਂ। ਇਸ ਲਈ ਮਹਾਰਾਜ ਨੇ ਇੱਕ ਸ਼ਲੋਕ ਦੇ ਰਾਹੀਂ ਇਹਨਾਂ ਸਾਰੇ ਪੱਖਾਂ ਨੂੰ ਸਾਂਝੇ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਰਾਗ, ਤਾਲ, ਸੁਰ ਅਤੇ ਕਾਵ, ਔਰ ਇਸ ਦੇ ਨਾਲ ਜਿਹੜਾ ਅਸਲੀ ਜ਼ਿੰਦਗੀ ਦਾ ਮਕਸਦ ਹੈ ਉਹ ਸੁਨੇਹਾ, ਇਹ ਸਾਰਾ ਕੁਝ ਇਹਦੇ ਵਿੱਚ ਮਿਲਾ ਕੇ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਜਿਹੜਾ ਸ਼ਲੋਕ ਭਗਤ ਫਰੀਦ ਸਾਹਿਬ ਜੀ ਦਾ ਆਪ ਜੀਆਂ ਨੇ ਪਾਠ ਰੂਪ ਵਿੱਚ ਸ਼ਰਵਣ ਕੀਤਾ ਹੈ, ਫਰੀਦ ਸਾਹਿਬ ਜੀ ਨੇ ਬੜਾ ਸੋਹਣਾ ਸੁਨੇਹਾ ਦਿੱਤਾ ਹੈ। ਕਿਉਂਕਿ ਪੁਰਾਤਨ ਕਾਲ ਤੋਂ ਮਨੁੱਖ ਜਿਹੜਾ ਰੱਬ ਦੀ ਭਾਲ ਵਿੱਚ ਰਾਤ ਦਿਨ ਭਟਕਦਾ ਹੈ, ਰਾਤ ਦਿਨ ਲੱਭਦਾ ਹੈ। ਕਈ ਵਾਰ ਇਉਂ ਹੁੰਦਾ ਵੀ ਬੰਦੇ ਨੇ ਚੀਜ਼ ਕਿਸੇ ਹੋਰ ਥਾਂ ਤੇ ਰੱਖੀ ਹੁੰਦੀ ਹੈ, ਦੱਸਣ ਵਾਲਾ ਉਹਨੂੰ ਸਹੀ ਲੋਕੇਸ਼ਨ ਦੱਸਦਾ ਵੀ ਇਸ ਚੀਜ਼, ਇਸ ਥਾਂ ਤੇ ਉਹ ਵਸਤੂ ਪਈ ਹੋਈ ਹੈ, ਪਰ ਲੱਭਣ ਵਾਲਾ ਉਸ ਥਾਂ ਨੂੰ ਛੱਡ ਕੇ ਕਿਧਰੇ ਹੋਰ ਥਾਂ ਤੋਂ ਲੱਭਦਾ ਫਿਰਦਾ ਹੈ। ਸੱਚਮੁੱਚ ਇੱਦਾਂ ਹੈ ਵੀ ਬਾਣੀ ਦੇ ਰਾਹੀਂ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਸੰਦੇਸ਼ ਦਿੱਤਾ ਵੀ ਪਰਮਾਤਮਾ ਕੀ ਹੈ, ਰੱਬ ਕੀ ਹੈ, ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਉਹਦੀ ਹੋਂਦ ਹਸਤੀ ਕੀ ਹੈ, ਉਹਦੇ ਨਾਲ ਨੇੜਤਾ ਕਿਵੇਂ ਬਣਦੀ, ਉਹਦੇ ਨਾਲ ਸਾਂਝ ਕਿਵੇਂ ਬਣਦੀ ਹੈ, ਇਹ ਸਾਰੀਆਂ ਗੱਲਾਂ ਮਹਾਰਾਜ ਨੇ ਬਾਣੀ ਦੇ ਰਾਹੀਂ ਦੁਹਰਾਈਆਂ ਨੇ। ਮਹਾਰਾਜ ਨੇ ਬਾਰ-ਬਾਰ ਇਹਨਾਂ ਗੱਲਾਂ ਦੀ ਪ੍ਰੋੜਤਾ ਕੀਤੀ ਹੈ, ਔਰ ਨਾਲ ਇਵੇਂ ਦੱਸਿਆ ਵੀ ਜੇ ਕਿਧਰੇ ਤੂੰ ਇਸ ਵਿਚਾਰ ਤੋਂ ਭਟਕ ਗਿਓ, ਜੇ ਇਸ ਵਿਚਾਰ ਨੂੰ ਤੂੰ ਛੱਡ ਗਿਓ ਤੇ ਉਸ ਸੰਸਾਰ ਵਾਲੇ ਲੋਕਾਂ ਵਾਂਗੂ ਤੂੰ ਡੁੱਬ ਜਾਵੇਂਗਾ ਜਿਹੜੇ ਸੱਚ ਦੀ ਵਿਚਾਰ ਤੋਂ ਵਾਂਝੇ ਹੋ ਕੇ, ਵੱਖਰੇ ਹੋ ਕੇ ਵਿਸ਼ੇ ਵਿਕਾਰਾਂ ਵਿੱਚ ਸਾਰਾ ਜੀਵਨ ਗਲਤਾਨ ਕਰਕੇ ਤੇ ਬਾਹਰੀ ਤੌਰ ਤੇ ਧਾਰਮਿਕ ਸਥਾਨਾਂ ਤੋਂ ਭਟਕਦੇ ਭਟਕਾਉਂਦੇ ਆਪਣਾ ਸਾਰਾ ਜੀਵਨ ਇਉਂ ਗੁਜ਼ਾਰ ਕੇ ਤੇ ਆਖਰ ਜਿਹੜਾ ਸੰਸਾਰ ਤੋਂ
ਰੁਖਸਤ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਤੂੰ ਵੀ ਉਹਨਾਂ ਦੀ ਕਤਾਰ ਵਿੱਚ ਖੜ ਜਾਵੇਂਗਾ। ਬਹੁਤ ਸਾਰੇ ਲੋਕ ਉਹ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰੱਬ ਦਾ ਹੋਕਾ ਦਿੱਤਾ ਪਰ ਰੱਬ ਦੀ ਨੇੜਤਾ ਨੂੰ ਮਾਣਿਆ ਨਾ। ਬਹੁਤ ਸਾਰੇ ਲੋਕ ਉਹ ਨੇ ਜਿਹੜੇ ਰੱਬ ਬਾਰੇ ਤਾਂ ਕਿਸੇ ਨੂੰ ਭਾਵੇਂ ਦੱਸਦੇ ਨਹੀਂ ਹੈ ਪਰ ਉਹਨਾਂ ਨੇ ਇੰਨਾ ਕੁ ਮਾਲਕ ਵਾਹਿਗੁਰੂ ਦੇ ਗੁਣਾਂ ਦਾ ਰਸ ਚੱਖਿਆ ਹੈ, ਇੰਨਾ ਕੁ ਸਿਫਤ ਸਲਾਹ ਦੇ ਰੂਪ ਵਿੱਚ, ਵਡਿਆਈ ਦੇ ਰੂਪ ਵਿੱਚ ਉਹਨਾਂ ਮਾਲਕ ਦੇ ਗੁਣਾਂ ਦਾ ਰਸ ਮਾਣਿਆ ਹੈ। ਉਹਨਾਂ ਦਾ ਇਖਲਾਕ, ਕਿਰਦਾਰ, ਫਿਤਰਤ, ਨੈਤਿਕ ਜੀਵਨ ਔਰ ਹਰ ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਹੈ ਬੜੀ ਸੁੰਦਰ ਤੇ ਸੁਹਾਵਣੀ ਦਿਸਦੀ ਹੈ। ਉਹ ਜ਼ਿੰਦਗੀ ਰਸ ਭਰਪੂਰ ਦਿਸਦੀ ਹੈ। ਉਹ ਜ਼ਿੰਦਗੀ ਬਾਹਰੋਂ ਨਹੀਂ ਲੱਭਦੀ, ਉਹ ਜ਼ਿੰਦਗੀ ਅੰਦਰੋਂ ਲੱਭਦੀ ਹੈ। ਅਰਜ਼ ਕੀਤੀ ਸੀ, ਬੰਦਾ ਰੱਖੀ ਹੋਈ ਵਸਤੂ ਨੂੰ ਦੱਸਣ ਵਾਲੇ ਨੇ ਤਾਂ ਸਹੀ ਦੱਸਿਆ ਵੀ ਕਿੱਥੇ ਹੈ, ਪਰ ਬੰਦਾ ਲੱਭ ਕਿਧਰੇ ਹੋਰ ਰਿਹਾ ਹੈ। ਭਟਕਿਆ ਹੋਇਆ ਮਨੁੱਖ ਇਸੇ ਤਰ੍ਹਾਂ ਰੱਬ ਦੀ ਭਾਲ ਵਿੱਚ, ਰੱਬ ਦੀ ਖੋਜ ਵਿੱਚ ਰਾਤ ਦਿਨ ਧਾਰਮਿਕ ਸਥਾਨਾਂ ਤੇ ਵੀ ਠੋਕਰਾਂ ਖਾਂਦਾ ਫਿਰਦਾ ਹੈ। ਇਹਦਾ ਅਰਥ ਇਹ ਨਹੀਂ ਵੀ ਧਾਰਮਿਕ ਸਥਾਨਾਂ ਤੇ ਜਾਣਾ ਨਹੀਂ ਹੈ। ਸਿੱਖ ਕੌਮ ਦੇ ਵਿੱਚ ਇੱਕ ਮਰਿਆਦਾ ਦੇ ਵਿੱਚ ਇਉਂ ਮੈਂਸ਼ਨ ਕੀਤਾ ਗਿਆ, ਸਾਡੀ ਜਿਹੜੀ ਪੰਥ ਪ੍ਰਵਾਨ ਤਹਿਤ ਮਰਿਆਦਾ ਹੈ, ਹਰ ਸਿੱਖ ਲੱਗਦੇ ਵਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੇ, ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰ ਕਰੇ ਤਾਂ ਕਿ ਪੁਰਖਿਆਂ ਬਾਰੇ ਜਾਣਕਾਰੀ ਮਿਲ ਸਕੇ। ਉਹਦਾ ਵਿਸਥਾਰ ਅਸਲ ਵਿੱਚ ਇਹ ਹੈ, ਇਤਿਹਾਸਕ ਸਥਾਨਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕਰਨ ਦਾ ਅਰਥ ਇਹ ਹੁੰਦਾ ਵੀ ਇਸ ਥਾਂ ਦੇ ਨਾਲ ਇਹ ਇਤਿਹਾਸ ਜੁੜਿਆ ਹੋਇਆ ਹੈ। ਮਿਸਾਲ ਦੇ ਤੌਰ ਤੇ ਗੁਰੂ ਪਾਤਸ਼ਾਹ ਜਿਸ ਜਗ੍ਹਾ ਤੇ ਗਏ ਨੇ, ਜੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਨੇ ਧਰਮਸ਼ਾਲ ਕਾਇਮ ਕੀਤੀ ਹੈ, ਗੁਰਮਤਿ ਪ੍ਰਚਾਰ ਕੇਂਦਰ ਖੋਲ੍ਹਿਆ ਹੈ, ਤੇ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸਿੱਖ ਸੰਗਤਾਂ ਜਾਂਦੀਆਂ ਨੇ ਔਰ ਉਸ ਜਗ੍ਹਾ ਦੇ ਦੀਦਾਰ ਕਰਕੇ ਆਉਂਦੀਆਂ ਨੇ ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਚਾਰ ਦਾ ਸੈਂਟਰ ਕਾਇਮ ਕੀਤਾ ਸੀ, ਜਿਸ ਥਾਂ ਤੇ ਮਹਾਰਾਜ ਨੇ ਹੱਥੀਂ ਕਿਰਤ ਵੀ ਕੀਤੀ ਸੀ। ਔਰ ਜੇ ਆਪਾਂ ਗੱਲ ਕਰੀਏ ਤਰਨ ਤਾਰਨ ਸਾਹਿਬ ਦੀ ਵੀ ਇਸ ਥਾਂ ਤੇ, ਇਸ ਧਾਰਮਿਕ ਇਤਿਹਾਸਕ ਸਥਾਨ ਤੇ ਸਿੱਖ ਸੰਗਤਾਂ ਜਾਂਦੀਆਂ ਨੇ ਔਰ ਇਸ ਦਾ ਮਕਸਦ ਕੀ ਹੈ, ਕਿਉਂ ਇਹ ਨਗਰ ਵਸਾਏ ਤੇ ਕਿਉਂ ਇਹ ਥਾਵਾਂ ਜਿਹੜੀਆਂ ਹੋਂਦ ਵਿੱਚ ਆਈਆਂ। ਔਰ ਬਹੁਤ ਵੱਡੀ ਅੰਧ ਵਿਸ਼ਵਾਸੀ ਲੋਕਾਂ ਦੀ ਗਿਣਤੀ ਵਿੱਚ ਮਹਾਰਾਜ ਨੇ ਬੈਠ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ, ਧਰਮ ਤੇ ਨੈਤਿਕਤਾ ਦੀ ਸਿੱਖਿਆ ਦਿੱਤੀ ਹੈ, ਨਿੱਜੀ ਰੋਜ਼ਮਰਾ ਦੀ ਜ਼ਿੰਦਗੀ ਕੀ ਹੋਣੀ ਚਾਹੀਦੀ ਹੈ, ਸਾਡਾ ਵਰਤੋਂ ਵਿਹਾਰ ਤੇ ਸੰਸਾਰ ਦੇ ਲੋਕਾਂ ਦੇ ਨਾਲ ਬਿਹੇਵੀਅਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਡਾ ਹਰ ਰੋਜ਼ ਦਾ ਜੀਵਨ ਖੁਸ਼ਹਾਲ ਚਾਹੀਦਾ ਹੈ। ਮਹਾਰਾਜ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਤਰਨ ਤਾਰਨ ਦੇ ਇਲਾਕੇ ਵਿੱਚ, ਮਾਝੇ ਦਾ ਸੈਂਟਰ ਸੀ ਤਰਨ ਤਾਰਨ, ਗੋਇੰਦਵਾਲ ਸਾਹਿਬ ਦੀ ਧਰਤੀ, ਖਡੂਰ ਸਾਹਿਬ ਦੀ ਧਰਤੀ, ਇਹ ਸਾਰੇ ਪਾਵਨ ਇਤਿਹਾਸਕ ਸਥਾਨ ਨੇ ਜਿਨ੍ਹਾਂ ਅਸਥਾਨਾਂ ਤੇ ਸਤਿਗੁਰੂ ਮਹਾਰਾਜ ਨੇ ਬੈਠ ਕੇ, ਜਿਹੜੀਆਂ ਥਾਵਾਂ ਤੇ ਬੈਠ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ ਹੈ ਆਪਣੀਆਂ ਵਾਰਾਂ ਦੇ ਵਿੱਚ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬਾਰੇ ਇਹ ਹਵਾਲਾ ਦਿੱਤਾ ਹੈ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਵਾਪਸ ਆ ਕੇ ਖਡੂਰ ਸਾਹਿਬ ਦੀ ਧਰਤੀ ਤੇ ਜੋਤ ਜਗਾਈ ਹੈ। ਜੋਤ ਜਗਾਉਣ ਦਾ ਅਰਥ ਇਹ ਨਹੀਂ ਹੈ ਵੀ ਕੋਈ ਘਿਓ ਦਾ ਦੀਵਾ ਜਗਾਇਆ ਹੈ। ਜੋਤ ਦਾ ਅਰਥ ਹੈ ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਸੱਚ ਦੇ ਵਿਚਾਰ ਖਤਮ ਹੋ ਚੁੱਕੇ ਸਨ, ਉਹ ਸੱਚ ਦੇ ਵਿਚਾਰ ਪੈਦਾ ਕਰਕੇ ਉਹਨਾਂ ਦੇ ਅੰਤਰ ਆਤਮੇ 'ਚ ਚਾਨਣ ਕੀਤਾ ਹੈ, ਉਹਨਾਂ ਦੀ ਬੁਝੀ ਹੋਈ ਅੰਦਰ ਦੀ ਜੋਤ ਨੂੰ ਜਗਾਇਆ ਹੈ, ਉਹਨਾਂ ਨੂੰ ਦੁਹਰਾ ਕੇ ਦੱਸਿਆ ਵੀ ਅਸਲੀਅਤ ਵਿੱਚ ਜਿਹੜੀ ਸੱਚ ਦੀ ਜੋਤ ਹੈ ਉਹਨੂੰ ਅੰਦਰੋਂ ਦੇਖਣਾ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ, ਬੰਦਾ ਭਾਵੇਂ ਧਾਰਮਿਕ ਸਥਾਨਾਂ ਤੇ ਕਿੱਧਰ ਦੀ ਕਿੱਧਰ ਦੁਨੀਆ ਦੀਆਂ ਸਾਰੀਆਂ ਆਲੇ ਦੁਆਲੇ ਦੀਆਂ ਸੈਰ ਸਪਾਟੇ ਵਾਲੀਆਂ ਥਾਵਾਂ, ਧਾਰਮਿਕ ਸਥਾਨ, ਸਮਾਜਿਕ ਥਾਵਾਂ, ਉਹ ਚਾਰ ਚਫੇਰਾ ਬੰਦਾ ਘੁੰਮ ਘੁਮਾ ਕੇ ਫਿਰ ਆ ਕੇ ਆਪਣੀ ਮਾਨਸਿਕਤਾ ਦੇ ਵਿੱਚ ਕੋਈ ਤਬਦੀਲੀ ਨਹੀਂ ਤੱਕਦਾ, ਸੋਚਦਾ ਵੀ ਮੈਂ ਗਿਆ ਸੀ ਜਿਸ ਕਾਰਜ ਵਾਸਤੇ ਪਰ ਗੱਲ ਬਣੀ ਨਹੀਂ, ਜਿਹੜੇ ਕਾਰਜ ਵਾਸਤੇ ਗਿਆ ਸੀ ਉਹ ਤਾਂ ਮੇਰੀ ਸੰਤੁਸ਼ਟੀ ਹੋਈ ਕੋਈ ਨਹੀਂ, ਜਿੱਧਰ ਲਈ ਗਿਆ ਸੀ ਉਹ ਤਾਂ ਕਾਰਜ ਦੇ ਵਿੱਚ ਮੇਰੀ ਸੰਪੰਨਤਾ ਹੋਈ ਨਹੀਂ ਹੈ।
ਉਹਦੇ ਵਿੱਚ ਤਾਂ ਸੰਪੂਰਨ ਤੇ ਸਫਲ ਹੋਇਆ ਹੀ ਨਹੀਂ ਹੈ। ਮੈਂ ਮਾਫ ਕਰਨਾ ਗੁਰੂ ਕੇ ਪਿਆਰਿਓ, ਬਹੁਤ ਸਾਰੇ ਲੋਕ ਅੱਜ ਤੋਂ ਪੁਰਾਤਨ ਕਾਲ ਦੇ ਵਿੱਚ ਬੜੀਆਂ ਬੜੀਆਂ ਟੋਲੀਆਂ ਬਣਾ ਕੇ, ਬੜੇ ਬੜੇ ਜਥੇ ਬਣਾ ਕੇ, ਬੜੇ ਬੜੇ ਸਮੂਹ ਬਣਾ ਕੇ ਤੇ ਕੋਈ ਖਾਸ ਧਾਰਮਿਕ ਜਗ੍ਹਾ ਤੇ ਜਾ ਕੇ ਕੁਝ ਮੰਤਰ ਜਾਪ ਕਰਨੇ, ਕੁਝ ਧਾਰਨਾਵਾਂ ਪੜ੍ਹਨੀਆਂ ਤੇ ਆਪਣੇ ਰੱਬ ਨੂੰ ਖੁਸ਼ ਕਰਨ ਦੇ ਲਈ, ਤਾਂ ਕਿ ਉਹ ਰੱਬ ਸਾਡੇ ਸਾਹਮਣੇ ਆਵੇ ਤੇ ਸਾਡੀਆਂ ਮਨ ਦੀਆਂ ਇੱਛਾਵਾਂ ਸਾਰੀਆਂ ਪੂਰੀਆਂ ਕਰ ਦੇਵੇ। ਐਸਾ ਪੁਰਾਤਨਤਾ ਦੇ ਵਿੱਚੋਂ ਮਿਲਦਾ ਹੈ, ਕਿਉਂਕਿ ਸਮਝਦਾਰੀ ਜਿਹੜੀ ਹੈ, ਸੋਚ ਜਿਹੜੀ ਹੈ, ਸਮੇਂ ਸਮੇਂ ਨਾਲ ਬੰਦੇ ਦੀ ਬਦਲਦੀ ਰਹਿੰਦੀ ਹੈ। ਜਿਵੇਂ ਜਿਵੇਂ ਸਮਾਂ ਬਦਲਦਿਆ ਇਵੇਂ ਇਵੇਂ ਬੰਦੇ ਦੀ ਨਾਲ ਨਾਲ ਸੋਚ ਬਦਲਦੀ ਜਾ ਰਹੀ ਹੈ। ਉਸ ਸਮੇਂ ਦੇ ਵਿੱਚ ਇੱਕ ਜਗਦੇ ਹੋਏ ਸੂਰਜ ਨੇ, ਰੌਸ਼ਨੀ ਦੇਣ ਵਾਲੇ ਸੂਰਜ ਨੇ ਵੱਡੇ ਵੱਡੇ ਸਮੂਹਾਂ ਨੂੰ, ਵੱਡੀਆਂ ਵੱਡੀਆਂ ਟੋਲੀਆਂ ਤੇ ਵੱਡੇ ਵੱਡੇ ਜਥਿਆਂ ਨੂੰ ਸੰਬੋਧਨ ਹੋ ਕੇ ਆਖਿਆ, ਕਿਸ ਦੀ ਭਾਲ ਵਿੱਚ ਤੁਰੇ ਹੋ? ਕਹਿਣ ਲੱਗੇ, ਰੱਬ ਦੀ ਭਾਲ ਵਿੱਚ ਤੁਰਿਆ, ਰੱਬ ਨੂੰ ਲੱਭਣ ਵਾਸਤੇ ਤੁਰਿਆ। ਔਰ ਅੱਜ ਤੱਕ ਇੰਨੀਆਂ ਉਮਰਾਂ ਹੋ ਗਈਆਂ, ਨਹੀਂ ਲੱਭਿਆ। ਅਜੇ ਤੱਕ ਅਸੀਂ ਭਟਕ ਰਹੇ ਹਾਂ, ਅਜੇ ਤੱਕ ਅਸੀਂ ਭਾਲ ਰਹੇ ਹਾਂ, ਅਸੀਂ ਖੋਜ ਕਰ ਰਹੇ ਹਾਂ। ਮਾਫ ਕਰਿਓ, ਦੋ ਤਰ੍ਹਾਂ ਦੇ ਲੋਕ ਖੋਜ ਕਰਨ ਵਾਸਤੇ ਜਾਂਦੇ ਨੇ। ਇੱਕ ਤਾਂ ਉਹ ਨੇ ਜਿਹੜੇ ਖੋਜ ਕਰਨ ਵਾਸਤੇ ਜਾਂਦੇ ਨੇ ਤੇ ਲੱਭਦੇ ਕੁਝ ਨਹੀਂ ਹੈ। ਇੱਕ ਉਹ ਨੇ ਜਿਹੜੇ ਖੋਜ ਕਰਨ ਤੁਰਦੇ ਨੇ, ਪਰ ਉਹਨਾਂ ਦਾ ਸਿਰੜ ਇਹ ਕਹਿੰਦਾ ਵੀ ਜਿੰਨੀ ਦੇਰ ਕੁਝ ਲੱਭੇ ਨਾ ਉਨੀ ਦੇਰ ਵਾਪਸ ਮੁੜਾਂਗੇ ਨਹੀਂ। ਇਹ ਦੋ ਤਰ੍ਹਾਂ ਦੇ ਲੋਕ ਸਨ ਜਿਹੜੇ, ਇੱਕ ਤਾਂ ਜਟਾਂ ਵਧਾ ਕੇ ਤੁਰਨ ਵਾਲੇ, ਫਕੀਰੀ ਵੇਸ ਲਿਬਾਸ ਪਾ ਕੇ, ਤਨ ਤੇ ਸੁਆਹ ਮਲ ਕੇ, ਗਲ ਵਿੱਚ ਮਾਲਾ ਲਟਕਾ ਕੇ, ਹੱਥ ਵਿੱਚ ਕਮੰਡਲ ਫੜ ਕੇ, ਨਾਗੇ ਸਾਧੂ ਬਣ ਕੇ ਰੱਬ ਨੂੰ ਲੱਭਣ ਲਈ ਤੁਰ ਪਏ, ਪਰ ਪ੍ਰਾਪਤ ਕੁਝ ਨਾ ਕੀਤਾ। ਇੱਕ ਉਹ ਨੇ ਜਿਨ੍ਹਾਂ ਨੇ ਆਪਣਾ ਘਰ ਪਰਿਵਾਰ ਜ਼ਰੂਰ ਛੱਡਿਆ, ਪਰ ਸਾਰੀ ਜ਼ਿੰਦਗੀ ਧਰਮ ਦੇ ਲੇਖੇ ਲਾ ਦਿੱਤੀ ਹੈ। 8-8 10-10 ਸਾਲ ਦੀਆਂ ਪ੍ਰਚਾਰ ਫੇਰੀਆਂ ਕਰਕੇ ਇਉਂ ਦੱਸਿਆ ਵੀ ਰੱਬ ਨੂੰ ਲੱਭਣਾ ਤੇ ਅੰਦਰੋਂ ਲੱਭ। ਤੇ ਦੂਸਰੀ ਗੱਲ ਇਹ ਵੀ ਆਖੀ ਕਿ ਜਿਹਨੂੰ ਲੱਭਣ ਤੁਰਿਆ ਉਹ ਗਵਾਚਾ ਨਹੀਂ ਹੈ, ਉਹਨੂੰ ਤਾਂ ਖੋਜਣ ਦੀ ਲੋੜ ਹੈ ਕੇਵਲ ਅੰਦਰੋਂ। ਅੰਦਰੋਂ ਉਸ ਮਾਲਕ ਦੀ ਜੋਤ ਦਾ ਮਹਿਸੂਸ ਕਰ, ਅੰਦਰੋਂ ਉਹਦੇ ਗੁਣਾਂ ਦਾ ਅਹਿਸਾਸ ਕਰਿਆ ਕਰ। ਜਦੋਂ ਜ਼ੁਬਾਨ ਬੋਲਦੀ ਹੋਵੇ ਤੇ ਆਖਿਆ ਕਰ ਤੇਰੀ ਹੋਂਦ ਹਸਤੀ ਕਰਕੇ ਬੋਲਦੀ ਹੈ। ਅੱਖਾਂ ਦੇਖਦੀਆਂ ਤੇ ਆਖਿਆ ਕਰ ਮਾਲਕ ਵਾਹਿਗੁਰੂ ਤੇਰਾ ਸ਼ੁਕਰਾਨਾ, ਇਹ ਤੇਰੇ ਕਰਕੇ ਦੇਖ ਰਹੀਆਂ ਨੇ। ਜੇ ਤੇਰੀ ਜੋਤ, ਤੇਰੇ ਗੁਣ ਮੇਰੇ ਅੰਦਰ ਕੰਮ ਕਰਦੇ ਨੇ ਤੇ ਤਾਂ ਹੀ ਅੱਖਾਂ ਤੱਕ ਰਹੀਆਂ ਨੇ, ਜ਼ੁਬਾਨ ਤਾਂ ਹੀ ਬੋਲ ਰਹੀ ਹੈ, ਕੰਨ ਤਾਂ ਹੀ ਸੁਣ ਰਹੇ ਨੇ। ਮੇਰੇ ਸਰੀਰ ਦੇ ਵਿੱਚ, ਮੇਰੀ ਬਾਡੀ ਦੇ ਵਿੱਚ ਇਹ ਤਾਂ ਹੀ ਬਲੱਡ ਸਰਕਲ ਕਰ ਰਿਹਾ ਹੈ, ਤੇਰੀ ਹੋਂਦ ਹਸਤੀ ਮੇਰੇ ਅੰਤਰ ਆਤਮੇ ਦੇ ਵਿੱਚ ਹੈ। ਕਿਧਰੇ ਐਸਾ ਮਹਿਸੂਸ ਕਰਕੇ ਵੇਖੀਏ, ਇਹ ਤਾਂ ਤੇਰੀਆਂ ਬਖਸ਼ਿਸ਼ਾਂ ਨੇ ਨਾ, ਤੇਰੀ ਦਇਆ ਤੇ ਮਿਹਰ ਦਾ ਸਦਕਾ ਹੀ ਮੈਂ ਅੱਜ ਤੁਰਿਆ ਫਿਰਦਾ। ਜਦੋਂ ਆਪਾਂ ਇਹ ਗੱਲਾਂ ਵੱਲ ਧਿਆਨ ਦੇਵਾਂਗੇ, ਫਿਰ ਸਾਨੂੰ ਪਤਾ ਲੱਗੇਗਾ ਵੀ ਰੱਬ ਕਿਧਰੇ ਵੀ ਬਾਹਰ ਨਹੀਂ ਹੈ, ਉਹਦੀ ਜੋਤ ਤਾਂ ਸਾਡੇ ਅੰਤਰ ਆਤਮੇ ਦੇ ਵਿੱਚ। ਭਗਤ ਨਾਮਦੇਵ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ। ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਕੋਈ ਕਹਿੰਦਾ ਰੱਬ ਨੇੜੇ ਹੈ ਤੇ ਕੋਈ ਕਹਿੰਦਾ ਰੱਬ ਬੜੀ ਦੂਰ ਹੈ। ਇਹ ਤਾਂ ਕੇਵਲ ਉਹਨਾਂ ਧਾਰਮਿਕ ਲੋਕਾਂ ਦੇ ਅੰਦਾਜ਼ੇ ਨੇ ਨਾ। ਜਿਨ੍ਹਾਂ ਨੇ ਨੇੜੇ ਆਖਿਆ ਉਹਨਾਂ ਨੇ ਵੀ ਇਉਂ ਹੀ ਆਖਿਆ ਵਾ ਵੀ ਰੱਬ ਤਾਂ ਕੇਵਲ ਸਾਡੇ ਗੁਰਦੁਆਰੇ ਦੇ ਵਿੱਚ ਹੈ, ਰੱਬ ਤੇ ਸਾਡੇ ਮੰਦਿਰ ਦੇ ਵਿੱਚ ਰਹਿੰਦਾ ਹੈ, ਰੱਬ ਤੇ ਸਾਡੀ ਮਸਜਿਦ ਦੇ ਵਿੱਚ ਰਹਿੰਦਾ ਹੈ, ਰੱਬ ਕਿਧਰੇ ਚਰਚ ਦੇ ਵਿੱਚ ਰਹਿੰਦਾ ਹੈ। ਧਾਰਮਿਕ ਪੁਜਾਰੀਆਂ ਨੇ ਰੱਬ ਨੂੰ ਤਾਂ ਚਾਰ ਦੀਵਾਰੀ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ। ਉਹ ਕਹਿੰਦੇ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਵਾਵਾਂਗੇ ਰੱਬ ਦੇ ਕੋਲੋਂ। ਇਦਾਂ ਹੋਇਆ ਨਾ, ਜਿਵੇਂ ਕਿਸੇ ਰਾਜਨੀਤਿਕ ਬਹੁਤ ਉੱਚੇ ਰੁਤਬੇ ਤੇ ਬੈਠੇ ਹੋਏ ਸੀਨੀਅਰ ਲੀਡਰ ਨੂੰ ਕਿਸੇ ਨੇ ਮਿਲਣਾ ਹੋਵੇ ਤੇ ਉਹਦੇ ਕਰਿੰਦੇ ਕਹਿੰਦੇ ਵੀ ਅਸੀਂ ਪਹੁੰਚ ਕਰਵਾ ਸਕਦੇ ਹਾਂ ਤੇਰੀ ਉੱਥੋਂ ਤੱਕ। ਉਸ ਮੰਤਰੀ ਦੇ ਕਰਿੰਦੇ ਕਹਿੰਦੇ ਨੇ ਬਾਕੀ ਲੋਕਾਂ ਨੂੰ ਵੀ ਅਸੀਂ ਤੁਹਾਨੂੰ ਮੰਤਰੀ ਨਾਲ ਮਿਲਾ ਸਕਦੇ ਹਾਂ। ਇੱਦਾਂ ਹੀ ਧਾਰਮਿਕ ਲੋਕਾਂ ਨੇ ਆਖਿਆ ਵੀ ਰੱਬ ਤੇ ਸਾਡੀ ਕੈਦ ਵਿੱਚ, ਅਸੀਂ ਉਹਨੂੰ ਆਪਣੇ ਤਰੀਕੇ ਨਾਲ ਰੱਖਿਆ ਹੋਇਆ ਹੈ, ਉਹਦੇ ਕੋਲੋਂ ਆਪਣੀ ਮਰਜ਼ੀ ਨਾਲ ਕੰਮ ਲੈਂਦੇ ਹਾਂ। ਜੇ ਤੁਹਾਡੀ ਕੋਈ ਅਰਦਾਸ ਬੇਨਤੀ ਹੈ ਤੇ ਅਸੀਂ ਉਹਦੇ ਤੱਕ ਸਾਂਝੀ ਕਰ ਸਕਦੇ ਤੇ ਤੁਹਾਡਾ ਕਾਰਜ ਸਫਲ ਹੋ ਸਕਦਾ ਹੈ। ਸ਼ਾਇਦ ਹੋ ਸਕਦਾ ਵੀ ਜਿੰਨੀਆਂ ਮੰਗਾਂ ਮੰਗਣ ਵਾਲੀਆਂ ਅਰਦਾਸਾਂ ਨੇ, ਇਸੇ ਹੀ
ਕਾਰਨ ਕਰਕੇ ਜਿਹੜਾ ਵਾ ਇਹ ਸਾਡੇ ਸਾਹਮਣੇ ਅੱਜ ਹੁੰਦੀਆਂ ਦਿਸਦੀਆਂ ਨੇ। ਇਹਨਾਂ ਕਾਰਨਾਂ ਕਰਕੇ ਲੋਕ ਅੱਜ ਐਸੀਆਂ ਅਰਦਾਸਾਂ ਦੇ ਵਿੱਚ ਮੰਗਾਂ ਰੱਖਦੇ ਨੇ ਵੀ ਸਾਡੀ ਮੰਗ ਪੂਰੀ ਕਰਵਾ ਦਿਓ। ਇੱਕ ਵਿਚੋਲਾ ਕਾਇਮ ਕੀਤਾ ਜਾਂਦਾ ਵਿੱਚ ਅਰਦਾਸ ਕਰਨ ਵਾਲਾ, ਉਹਨੂੰ ਆਖਿਆ ਜਾਂਦਾ ਵੀ ਜੇ ਤਾਂ ਤੰਦਰੁਸਤੀ ਚਾਹੀਦੀ ਤੇ ਤਾਂ ਵੀ ਤੂੰ ਮੰਗ ਕੇ ਦੇਣੀ ਹੈ, ਜੇ ਪੈਸਾ ਧਨ ਚਾਹੀਦਾ ਤੇ ਤੂੰ ਵੀ ਸਾਨੂੰ ਰੱਬ ਤੋਂ ਮੰਗ ਕੇ ਦੇਣਾ ਹੈ। ਇਹ ਤਾਂ ਤੇਰੀ ਹਸਤੀ ਆ ਵੀ ਤੂੰ ਕੀ ਕਰ ਸਕਦਾ ਹੈ। ਖੈਰ ਧਾਰਮਿਕ ਸਥਾਨਾਂ ਵਾਲਿਆਂ ਨੇ ਰੱਬ ਨੂੰ ਇਉਂ ਦਰਸਾ ਦਿੱਤਾ ਵੀ ਜਿਵੇਂ ਰੱਬ ਸਾਡੀ ਕੈਦ ਵਿੱਚ ਹੈ। ਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਕੋਈ ਬੋਲੇ ਨਿਰਵਾ, ਨਿਰਵਾ ਦਾ ਅਰਥ ਹੈ ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਬੋਲੇ ਦੂਰ, ਕੋਈ ਕਹਿੰਦਾ ਰੱਬ ਬਹੁਤ ਦੂਰ ਹੈ, ਬੜੀ ਦੂਰ ਹੈ। ਵੱਖ-ਵੱਖ ਮੱਤਾਂ ਵਾਲਿਆਂ ਨੇ ਰੱਬ ਲਈ ਵੀ ਇਦਾਂ ਦੇ ਅੰਦਾਜ਼ੇ ਲਾਏ। ਮੱਕੇ ਵਾਲਿਆਂ ਨੇ ਆਖਿਆ ਕਾਬੇ ਦੇ ਵਿੱਚ ਹੈ। ਹਿੰਦੂ ਮੱਤ ਦਾ ਕਹਿਣਾ ਇਹ ਹੈ ਵੀ ਹਰੀ ਪਰਮਾਤਮਾ ਦਾ ਵਾਸਾ ਜਿਹੜਾ ਉਹ ਦੱਖਣ ਦੇ ਵਿੱਚ ਹੈ। ਉਹ ਕਹਿੰਦੇ ਅੱਲਾ ਤੇ ਖੁਦਾ ਜਿਹੜਾ ਵਾ ਉਹ ਪੱਛਮ ਦੇ ਵਿੱਚ ਰਹਿੰਦਾ ਹੈ। ਇਉਂ ਕਿਸੇ ਨੇ ਆਖਿਆ ਉਹ ਨੇੜੇ ਆ, ਕਿਸੇ ਨੇ ਆਖਿਆ ਉਹ ਸੱਤਵੇਂ ਆਕਾਸ਼ ਤੇ ਰਹਿੰਦਾ ਹੈ। ਸੱਤਵਾਂ ਆਕਾਸ਼ ਨਾ ਕਿਸੇ ਦੇਖਿਆ, ਸਾਰਿਆਂ ਨੂੰ ਸੁਣਾ ਦਿੱਤਾ ਗਿਆ ਵੀ ਸੱਤਵਾਂ ਆਕਾਸ਼ ਹੈ, ਪਰ ਇੱਕ ਇੱਕ ਆਕਾਸ਼ ਦੀਆਂ ਗਿਣਤੀਆਂ ਮਿਣਤੀਆਂ ਕਿੱਥੋਂ ਤੱਕ ਮੁੱਕਦੀਆਂ ਨੇ। ਪਹਿਲਾ ਆਕਾਸ਼ ਕਿੱਥੇ ਖਤਮ ਹੁੰਦਾ ਹੈ, ਦੂਜਾ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ, ਤੀਜਾ ਕਿੱਥੋਂ ਸ਼ੁਰੂ ਹੁੰਦਾ। ਇਹ ਸਾਰੀਆਂ ਮਨੋਕਲਪਿਤ ਕਹਾਣੀਆਂ ਦੇ ਨਾਲ ਅਸੀਂ ਆਮ ਤੌਰ ਤੇ ਜਿੰਨੀਆਂ ਇਹ ਕਹਾਣੀਆਂ ਸੁਣੀਆਂ, ਇਹਨਾਂ ਸਾਰੀਆਂ ਕਹਾਣੀਆਂ ਦਾ ਕੋਈ ਮੂਲ ਨਹੀਂ ਹੈ। ਇਹਨਾਂ ਕਹਾਣੀਆਂ ਨੇ ਸਮਾਜਿਕ ਲੋਕਾਂ ਨੂੰ ਔਰ ਗੁਰੂ ਪਰਮਾਤਮਾ ਅਕਾਲ ਪੁਰਖ ਤੇ ਸ਼ਰਧਾ ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਅੰਧ ਵਿਸ਼ਵਾਸ ਦੇ ਵੱਲ ਤੱਕਿਆ ਹੈ। ਰੱਬ ਦੇ ਨਾਮ ਤੇ ਬੰਦੇ ਤੁਰ ਪਏ ਵੀ ਵੇਖੀਏ ਸੱਤਵੇਂ ਆਕਾਸ਼ ਤੇ ਕਿੱਥੇ ਰਹਿੰਦਾ ਹੈ। ਜਦ ਧਾਰਮਿਕ ਬੰਦਾ ਕਹਿੰਦਾ ਸੱਤਵੇਂ ਆਕਾਸ਼ ਤੇ ਹੈ ਤੇ ਆਮ ਬੰਦਾ ਕਹਿੰਦਾ ਵੀ ਮੈਨੂੰ ਦਿਖਾ ਦੇ ਬਸ, ਭਾਵੇਂ ਮੈਨੂੰ ਜੋ ਮਰਜ਼ੀ ਕਰਨਾ ਪਵੇ। ਪੁਜਾਰੀ ਨੇ ਆਖਿਆ ਰੱਬ ਮੇਰੇ ਵੱਸ ਵਿੱਚ ਹੈ, ਮੈਂ ਮੂਰਤੀ ਦੇ ਰੂਪ ਵਿੱਚ ਉਹਨੂੰ ਬੁਲਾ ਸਕਦਾ ਹਾਂ। ਤੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ ਆਖਿਆ ਵੀ ਮੈਨੂੰ ਭਾਵੇਂ ਜੋ ਮਰਜ਼ੀ ਕਰਨਾ ਪਵੇ, ਸੋਨਾ ਦਾਨ ਕਰਨਾ ਪਵੇ, ਧਨ ਦਾਨ ਕਰਨਾ ਪਵੇ, ਇੱਥੋਂ ਤੱਕ ਗਹਿਣਿਆਂ ਸਮੇਤ ਭਾਵੇਂ ਇਸਤਰੀ ਵੀ ਦਾਨ ਵਿੱਚ ਦੇਣੀ ਪਵੇ, ਪਰ ਮੈਨੂੰ ਰੱਬ ਵਿਖਾ ਦੇ ਇੱਕ ਵਾਰ। ਮੈਂ ਪਹਿਲੇ ਦੀਵਾਨਾਂ ਵਿੱਚ ਆਪ ਜੀ ਦੇ ਨਾਲ ਜ਼ਿਕਰ ਕੀਤਾ ਸੀ, ਭਗਤ ਧੰਨਾ ਜੀ ਬੜੇ ਸੁਲਝੇ ਹੋਏ ਵਿਦਵਾਨ ਸਨ, ਬੜੇ ਸਮਝਦਾਰ ਸਨ, ਜਿਨ੍ਹਾਂ ਨੇ ਗੁਰਮਤ ਨੂੰ ਬਹੁਤ ਨੇੜੇ ਹੋ ਕੇ ਜਾਣਿਆ ਸੀ, ਜਿਨ੍ਹਾਂ ਦੇ ਬਾਰੇ ਹੁਣ ਤੱਕ ਅੱਜ ਤੱਕ ਸਾਡੇ ਲੋਕ ਇਹੀ ਭਰਮ ਭੁਲੇਖਾ ਪਾਲ ਕੇ ਬੈਠੇ ਨੇ ਕਿ ਧੰਨਾ ਜੀ ਨੇ ਪੱਥਰ ਚੋਂ ਰੱਬ ਪਾਇਆ। ਭਗਤ ਧੰਨਾ ਜੀ ਦੀ ਬਾਣੀ ਆਖਦੀ ਹੈ, ਧੰਨੇ ਧੰਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ। ਵੀ ਧੰਨਾ ਜੀ ਨੇ ਧਰਤੀ ਦਾ ਆਸਰਾ ਉਸ ਪ੍ਰਮਾਤਮਾ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਗੁਰਮੁਖ ਜਨਾਂ ਦੇ ਵਿੱਚੋਂ, ਸਤ ਸੰਗੀਆਂ ਦੇ ਵਿੱਚੋਂ ਪ੍ਰਾਪਤ ਕੀਤੀ ਹੈ। ਚੰਗੇ ਮਨੁੱਖਾਂ ਦੀ ਸੰਗਤ ਵਿੱਚ ਬੈਠ ਕੇ ਮਾਲਕ ਵਾਹਿਗੁਰੂ ਦੇ ਗੁਣਾਂ ਦੀ ਪ੍ਰਾਪਤੀ ਕੀਤੀ ਹੈ। ਪਰ ਉਹੀ ਧੰਨਾ ਜੀ ਇੱਕ ਬ੍ਰਾਹਮਣ ਨੂੰ ਦੇਵਤੇ ਪੂਜਦਿਆਂ, ਪੱਥਰ ਪੂਜਦਿਆਂ ਵੇਖਦੇ ਨੇ ਤੇ ਉੱਥੇ ਸਵਾਲ ਕਰਦੇ ਨੇ, ਕਹਿੰਦੇ ਵੀ ਤੁਸੀਂ ਇਹ ਪੱਥਰ ਕਿਉਂ ਪੂਜਦੇ ਹੋ? ਕਹਿੰਦੇ ਵੀ ਇਹ ਠਾਕੁਰ ਹੈ, ਰੱਬ ਹੈ, ਮੈਂ ਰੱਬ ਦੀ ਪੂਜਾ ਕਰ ਰਿਹਾ। ਫਿਰ ਉਹ ਕਹਿੰਦੇ ਵੀ ਮੈਨੂੰ ਵੀ ਠਾਕੁਰ ਵਿਖਾ, ਰੱਬ ਵਿਖਾ। ਹੁਣ ਰੱਬ ਕਿੱਥੋਂ ਵਿਖਾਇਆ ਜਾਵੇ? ਉਸ ਬ੍ਰਾਹਮਣ ਨੇ ਇੱਕ ਪੱਥਰ ਲਪੇਟ ਕੇ ਦਿੱਤਾ, ਕਹਿੰਦਾ ਜਾ ਕੇ ਘਰ ਦੀ ਪੂਜਾ ਕਰਿਆ ਕਰ। ਬਸ ਪੁਜਾਰੀ ਦੇ ਕੋਲ ਇੰਨੀਆਂ ਕੁ ਚੀਜ਼ਾਂ ਸੀ। ਸੱਤਵੇਂ ਆਕਾਸ਼ ਤੇ ਰੱਬ ਨੂੰ ਕਹਿਣ ਵਾਲਾ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਵੇਗਾ, ਉਹ ਵੀ ਮੰਨੇਗਾ ਕਿ ਮੈਂ ਆਪ ਖੁਦ ਨਹੀਂ ਸੱਤਵਾਂ ਆਕਾਸ਼ ਦੇਖਿਆ। ਕਿਹੜੇ ਸੱਤਵੇਂ ਆਕਾਸ਼ ਤੇ ਹੈ? ਕੋਈ ਕਹਿੰਦਾ ਕਾਬੇ ਵਿੱਚ ਹੈ, ਕੋਈ ਕਹਿੰਦਾ ਵਾ ਦੱਖਣ ਵਿੱਚ ਹੈ, ਕੋਈ ਕਹਿੰਦਾ ਵਾ ਮੰਦਰ ਦੇ ਵਿੱਚ ਹੈ, ਕੋਈ ਕਹਿੰਦਾ ਗੁਰਦੁਆਰੇ ਦੇ ਵਿੱਚ ਹੈ, ਕੋਈ ਕਹਿੰਦਾ, ਮਾਫ ਕਰਿਓ, ਗੁਰਦੁਆਰਾ ਇੱਕ ਸਿੱਖੀ ਦਾ ਸਕੂਲ ਹੈ। ਗੁਰਦੁਆਰਾ ਉਹ ਟਕਸਾਲ ਹੈ ਜਿੱਥੇ ਜੀਵਨ ਘੜੇ ਜਾਂਦੇ ਨੇ। ਇੱਥੇ ਕਿਸੇ ਨੂੰ ਭੁਲੇਖਾ ਨਹੀਂ ਦਿੱਤਾ ਜਾਂਦਾ ਵੀ ਰੱਬ ਕੇਵਲ ਇੱਥੇ ਹੀ ਰਹਿੰਦਾ ਹੈ। ਗੁਰਦੁਆਰੇ ਤੇ ਦੱਸਿਆ ਜਾਂਦਾ ਵੀ ਜਿਸ ਰੱਬ ਨੂੰ ਤੁਸੀਂ ਨਤਮਸਤਕ ਹੁੰਦੇ ਹੋ, ਰੱਬ ਸਾਰੇ ਸੰਸਾਰ ਵਿੱਚ ਹੈ। ਉਸ ਰੱਬ ਦੀ ਹੋਂਦ ਕੋਈ ਛੋਟੀ ਜਿਹੀ ਨਹੀਂ ਹੈ। ਉਸ ਰੱਬ ਨੂੰ ਲੱਭਣ ਨਾ ਤੁਰ ਪਿਓ, ਉਸ ਰੱਬ ਦੇ ਗੁਣਾਂ ਨੂੰ ਮਾਨਣ ਵਾਸਤੇ ਤੁਰਨਾ। ਜਦੋਂ ਜੀਵਨ ਵਿੱਚ ਤੁਰਨਾ ਨਾ ਅਸੀਂ ਉਹਦੇ ਗੁਣਾਂ ਨੂੰ ਮਾਨਣ ਦੇ ਲਈ ਤੁਰਨਾ, ਉਹਦੀਆਂ ਵਡਿਆਈਆਂ ਨੂੰ ਵੇਖ ਕੇ ਉਹਨੂੰ ਵਾਹ ਕਹਿਣਾ ਹੈ। ਜਦੋਂ ਅਸੀਂ ਖਿਲੀ ਹੋਈ ਬਨਸਪਤੀ ਵੱਲ ਤੱਕਦੇ ਹਾਂ
ਤਰ੍ਹਾਂ ਤਰ੍ਹਾਂ ਦੇ ਪੰਛੀਆਂ ਵੱਲ ਤੱਕਦੇ ਹਾਂ, ਤਰ੍ਹਾਂ ਤਰ੍ਹਾਂ ਦੀ ਬਨਸਪਤੀ ਵੱਲ ਤੱਕਦੇ ਹਾਂ, ਆਪ ਮੁਹਾਰੇ ਸਾਡੀ ਰਸਨਾ ਤੋਂ ਇੱਕ ਸ਼ਬਦ ਨਿਕਲਦਾ ਹੈ, ਵਾਹ ਕੁਦਰਤ ਨੂੰ ਸਾਜਣ ਵਾਲਿਆ, ਤੂੰ ਕਿੰਨੇ ਪ੍ਰਕਾਰ ਦੀ ਕੁਦਰਤ ਸਾਜ ਦਿੱਤੀ ਤੇ ਉਹਦੇ ਵਿੱਚ ਆਪਣੀ ਹੋਂਦ ਹਸਤੀ ਨੂੰ ਟਿਕਾ ਦਿੱਤਾ ਹੈ। ਤੇ ਇਸੇ ਲਈ ਅਸੀਂ ਕਹਿੰਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਫਿਰ ਕਿੱਥੋਂ ਲੱਭਣਾ ਜਦੋਂ ਆਪਾਂ ਨੂੰ ਪਤਾ ਵੀ ਕੁਦਰਤ ਵਿੱਚ ਵਸਿਆ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਨੂੰ ਬਣਾ ਕੇ ਉਹਦੇ ਵਿੱਚ ਆਪ ਵਸਿਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਉ। ਵੀ ਆਪਣੇ ਆਪ ਦੀ ਹੋਂਦ ਹਸਤੀ ਉਹਦੀ ਆਪਣੇ ਆਪ ਤੋਂ ਹੀ ਹੈ। ਉਸ ਤੋਂ ਬਾਅਦ ਉਹਨੇ ਕੁਦਰਤ ਨੂੰ ਸਾਜਿਆ ਤੇ ਕੁਦਰਤ ਨੂੰ ਸਾਜ ਕੇ ਉਹਦੇ ਵਿੱਚ ਆਪਣਾ ਵਾਸਾ ਕੀਤਾ ਉਹਨੇ। ਤੇ ਕੋਈ ਬੰਦਾ ਭਟਕਿਆ ਹੋਇਆ, ਭੁੱਲਿਆ ਹੋਇਆ, ਅਜੇ ਵੀ ਇਹ ਕਵੇ ਮੈਂ ਰੱਬ ਨੂੰ ਲੱਭਣ ਵਾਸਤੇ ਚੱਲਿਆ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੈ। ਮਹਾਰਾਜ ਕਹਿੰਦੇ ਮਨ ਨੂੰ ਟਿਕਾ, ਮਨ ਨੂੰ ਸਥਿਰ ਕਰ, ਇੱਕ ਵਾਰੀ ਮਨ ਨੂੰ ਰੋਕ, ਮਨ ਨੂੰ ਰੋਕਾ ਲਾ ਦੇ ਇੱਕ ਵਾਰ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਮਤਾਂ ਕਿਧਰੇ ਭਟਕਦਾ ਫਿਰੀ ਐਵੇਂ, ਮੇਰਿਆ ਮਨਾ ਤੂੰ ਭੱਜ ਨੱਠ ਜਿੰਨੀ ਮਰਜ਼ੀ ਕਰ ਲੈ, ਜਿੰਨਾ ਮਰਜ਼ੀ ਦੌੜ ਭੱਜ ਕਰ ਲੈ, ਮਨ ਰੇ ਥਿਰ ਰਹੋ। ਸਤਿਗੁਰੂ ਕਹਿੰਦੇ ਮੇਰਿਆ ਮਨਾ ਟਿਕ ਜਾ, ਬਸ ਰੁਕ ਜਾ ਇੱਕ ਥਾਂ ਤੇ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਮਤਾਂ ਕਿਧਰੇ ਹੋਰ ਭੱਜਾ ਫਿਰੀ। ਤੇ ਨਾਲ ਇੱਕ ਬਚਨ ਆਖਿਆ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਜਿੰਨਾ ਬਾਹਰ ਢੂੰਡਦਾ ਫਿਰੇਗਾ ਨਾ, ਬਾਹਰ ਲੱਭਦਾ ਫਿਰੇਗਾ, ਬਹੁਤ ਦੁੱਖ ਪਾਵੇਂ। ਤੇ ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਲੋਕ ਵਿੱਚ ਆਖਿਆ ਨਾ, ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੈ। ਜੰਗਲਾਂ ਵਿੱਚ ਕੀ ਹੈ? ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ। ਬਾਹਰੋਂ ਲੱਭੇਗਾ ਤੇ ਦੁੱਖ ਪਾਵੇਂਗਾ, ਅੰਦਰੋਂ ਲੱਭੇਗਾ ਤੇ ਸੁੱਖ ਪਾਵੇਂਗਾ। ਆਪਣੇ ਅੰਦਰ ਨੂੰ ਝਾਤ ਮਾਰੇਗਾ ਤੇ ਸੁਖੀ ਰਵੇਂਗਾ, ਜਦੋਂ ਬਾਹਰ ਨੂੰ ਝਾਤ ਮਾਰੇਗਾ ਦੁਖੀ ਹੋਵੇਗਾ। ਜਦੋਂ ਮੂੰਹ ਤਾਂ ਕਰਕੇ ਤੁਰੇਗਾ ਠੇਡੇ ਖਾਵੇਂਗਾ, ਮੂੰਹ ਨੀਵਾ ਕਰਕੇ, ਸਿਰ ਨੀਵਾ ਕਰਕੇ ਤੁਰੇਗਾ ਤੇ ਠੇਡਾ ਨਹੀਂ ਲੱਗੇਗਾ। ਅਕਸਰ ਦੇਖਦੇ ਨਾ ਆਪਾਂ, ਬੰਦਾ ਸੜਕ ਤੇ ਤੁਰ ਰਿਹਾ ਹੋਵੇ ਤੇ ਮੂੰਹ ਤਾਂ ਚੁੱਕਿਆ ਹੋਵੇ ਤੇ ਠੇਡਾ ਲੱਗ ਜਾਂਦਾ ਹੈ। ਤੇ ਜੇ ਉਹੀ ਧਿਆਨ ਥੱਲੇ ਹੋਵੇ, ਪੈਰਾਂ ਵੱਲ ਨੂੰ ਧਿਆਨ ਦੇ ਕੇ ਤੁਰੇ, ਥੱਲੇ ਸੜਕ ਵੱਲ ਧਿਆਨ ਦੇ ਕੇ ਤੁਰੇ, ਕਿਧਰੇ ਠੇਡਾ ਨਹੀਂ ਲੱਗੇਗਾ। ਇਹਨੂੰ ਮਹਾਰਾਜ ਦੀ ਬਾਣੀ ਨੇ ਆਖਿਆ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਜਿਸ ਦਿਨ ਬੰਦਾ ਆਪਣੇ ਗੁਣਾਂ ਤੇ ਅਵਗੁਣਾਂ ਦੀ ਪੜਚੋਲ ਕਰਨ ਲੱਗ ਪਿਆ ਨਾ, ਵੀ ਮੇਰੇ ਅੰਦਰ ਗੁਣ ਕਿੰਨੇ ਕੈ, ਮੇਰੇ ਅੰਦਰ ਅਵਗੁਣ ਕਿੰਨੇ ਜ਼ਿਆਦਾ ਨੇ, ਸਮਝ ਲਿਓ ਉਹ ਰੱਬ ਦੀ ਨੇੜਤਾ ਹਾਸਲ ਕਰਨ ਵੱਲ ਨੂੰ ਤੁਰ ਪਿਆ ਹੈ। ਅਜੇ ਤਾਂ ਬੰਦਾ ਉੱਚਾ ਦੇਖ ਰਿਹਾ, ਤਾਂ ਨੂੰ ਮੂੰਹ ਕਰਕੇ ਲੋਕਾਂ ਦੇ ਅਵਗੁਣ ਵੇਖਦਾ ਹੈ, ਆਪਣੇ ਅਵਗੁਣ ਤਾਂ ਨੀਵੇਂ ਹੋ ਕੇ ਦੇਖੇ ਜਾਣੇ ਨੇ। ਦੁਨੀਆ ਵਾਲਿਆਂ ਦੀਆਂ ਕਮੀਆਂ ਕਮਜ਼ੋਰੀਆਂ ਬੰਦਾ ਦੇਖਦਾ ਹੈ, ਕਈ ਵਾਰੀ ਨਾ ਵੀ ਦਿਖਦੀਆਂ ਹੁਣ ਤੇ ਕੰਧ ਥਾਣੀ ਝਾਤੀ ਮਾਰ ਮਾਰ ਕੇ ਦੇਖਦਾ ਵੀ ਇਹਨਾਂ ਦੇ ਘਰ ਲੜਾਈ ਕਿਉਂ ਹੋ ਰਹੀ ਹੈ, ਕਿਉਂ ਝਗੜਾ ਹੋ ਰਿਹਾ। ਕਿਸੇ ਦੇ ਅਵਗੁਣ ਦੇਖਣੇ ਬੜੇ ਸੌਖੇ ਨੇ, ਕਿਸੇ ਦੀ ਕਮੀ ਨੂੰ ਤੱਕਣਾ ਤੇ ਕਿਸੇ ਦੀ ਕਮੀ ਬਾਰੇ ਸੁਣਨਾ ਬਹੁਤ ਸੌਖਾ ਹੈ, ਔਰ ਖੁਸ਼ੀ ਵੀ ਹੁੰਦੀ ਹੈ ਕਿਸੇ ਦੀ ਕਮੀ ਨੂੰ ਸੁਣ ਕੇ। ਕਿਸੇ ਨੇ ਕੋਈ ਗਲਤ ਕਰਮ ਕੀਤਾ ਹੋਵੇ ਤੇ ਬੰਦਾ ਬੜੀ ਚਾਹਤ ਰੱਖਦਾ ਉਹਨੂੰ ਬਾਰ-ਬਾਰ ਕੰਨਾਂ ਨਾਲ ਸੁਣਾ, ਪਰ ਜਿਸ ਦਿਨ ਤੇਰੇ ਕੋਲੋਂ ਗਲਤ ਕਰਮ ਹੋਇਆ ਨਾ, ਤੇ ਤੇਰੇ ਕੋਲੋਂ ਇੱਕ ਵਾਰੀ ਵੀ ਨਹੀਂ ਸੁਣਿਆ ਜਾਣਾ। ਤੇ ਜਿਸ ਦਿਨ ਤੈਨੂੰ ਸੁਣਨ ਦੀ ਜਾਚ ਆ ਗਈ ਤੇ ਉਸ ਦਿਨ ਤੂੰ ਬੰਦਾ ਬਣਨ ਵੱਲ ਨੂੰ ਤੁਰ ਪਿਆ, ਉਸ ਦਿਨ ਤੂੰ ਰੱਬ ਦੀ ਨੇੜਤਾ ਹਾਸਲ ਕਰੇਗਾ। ਅਜੇ ਤਾਂ ਤੂੰ ਦੁਖੀ ਇਸ ਕਰਕੇ ਕਿ ਟਿਕ ਨਹੀਂ ਪਾਇਆ ਅਜੇ। ਤੇ ਜਦੋਂ ਟਿਕਾਓ ਆ ਗਿਆ ਨਾ, ਮਹਾਰਾਜ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ। ਜਦੋਂ ਬਾਹਰੋਂ ਢੂੰਡਣ ਲੱਗ ਪਿਓ ਨਾ, ਬਾਹਰੋਂ ਲੱਭਣ ਲੱਗ ਪਿਓ, ਫਿਰ ਸਤਿਗੁਰੂ ਕਹਿੰਦੇ ਥੋੜਾ ਜਿਹਾ ਨਹੀਂ, ਬਹੁਤ ਦੁੱਖ ਪਾਵੇਂ। ਤੇ ਸੱਚ ਇਹ ਵੀ ਹੈ ਕਿ ਗੁਰੂ ਕੇ ਪਿਆਰਿਓ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਬੰਦਾ ਬਾਹਰੋਂ ਢੂੰਡਦਾ ਹੈ, ਕਿੱਥੋਂ ਕਿੱਥੋਂ ਢੂੰਡਦਾ ਹੈ। ਸੁੱਖ ਲੈਣ ਲਈ ਤੇ ਬੰਦਾ ਕਾਲੇ ਧਾਗੇ ਵੀ ਬੰਨ੍ਹਦਾ ਹੈ, ਸੁੱਖ ਲੈਣ ਲਈ ਤੇ ਲਾਲ ਰੰਗ ਦੀਆਂ ਮੌਲੀਆਂ ਬੰਨ੍ਹਦਾ ਹੈ, ਸੁੱਖ ਲੈਣ ਦੇ ਲਈ ਤੇ ਬੰਦਾ ਮੁੰਦਰੀ ਦੇ ਵਿੱਚ ਨਗ ਜੜਵਾ ਲੈਂਦਾ ਹੈ, ਰਾਸ਼ੀ ਦੇ ਨਗ ਆਪਣੀਆਂ ਮੁੰਦਰੀਆਂ ਵਿੱਚ ਜੜਵਾ ਕੇ ਉਂਗਲੀ ਵਿੱਚ ਅੰਗੂਠੀਆਂ ਪਾ ਲੈਂਦਾ ਹੈ।
ਤੇ ਮਹਾਰਾਜ ਕਹਿੰਦੇ ਜਦੋਂ ਤੂੰ ਰੱਬ ਨੂੰ ਹੀ ਛੱਡ ਦਿੱਤਾ, ਬਾਹਰ ਢੂੰਡਦਾ ਫਿਰਦਾ ਹੈ, ਅੰਦਰ ਨੂੰ ਤਾਂ ਵੇਖਿਆ ਹੀ ਨਹੀਂ, ਤੇਰੇ ਘਰ ਵਿੱਚ ਕਿੱਡਾ ਵੱਡਾ ਖਜ਼ਾਨਾ ਹੈ। ਇਸ ਕੀਮਤੀ ਖਜ਼ਾਨੇ ਨੂੰ ਛੱਡ ਕੇ ਬੰਦਾ ਅਸਲੀ ਗਹਿਣਿਆਂ ਨੂੰ ਛੱਡ ਕੇ ਜਦੋਂ ਨਕਲੀ ਪਹਿਨਣ ਦਾ ਚਾਅ ਰੱਖਦਾ ਹੈ ਨਾ, ਸਾਰੀ ਜ਼ਿੰਦਗੀ ਨਕਲੀ ਭੋਗਦਾ ਬੰਦਾ। ਫਿਰ ਉਹਨੂੰ ਨਕਲੀ ਹੋਣ ਦਾ ਬੜਾ, ਢੌਂਗ ਰਚਣ ਦਾ ਬੜਾ ਉਹਨੂੰ ਚਾਅ ਰਹਿੰਦਾ ਹੈ ਰਾਤ ਦਿਨ। ਤੇ ਜੇ ਅਸਲੀ ਗਹਿਣਿਆਂ ਨੂੰ ਛੱਡ ਕੇ ਬੰਦਾ ਨਕਲੀ ਪਹਿਨਣ ਵਿੱਚ ਹੀ ਚਾਅ ਰੱਖਦਾ ਹੈ ਨਾ, ਉਹਨੂੰ ਕਦੀ ਅਸਲੀਅਤ ਦੀ ਅਹਿਮੀਅਤ ਦਾ ਹੀ ਪਤਾ ਨਹੀਂ ਲੱਗ ਸਕਦਾ। ਉਹਨੂੰ ਸਿਆਣੇ ਲੋਕ ਕਹਿਣਗੇ ਵੀ ਸੱਜਣਾ ਤੇਰੇ ਘਰ ਵਿੱਚ ਇੰਨੇ ਕੀਮਤੀ ਗਹਿਣੇ, ਤੂੰ ਫਿਰ ਵੀ ਮੁਲੰਮੇ ਦੇ ਗਹਿਣੇ ਪਹਿਨ ਕੇ ਤੁਰਿਆ ਫਿਰਦਾ, ਫਿਰ ਵੀ ਨਕਲੀ ਗਹਿਣੇ ਪਹਿਨ ਕੇ ਤੁਰਿਆ ਫਿਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਦਾ ਇੰਨਾ ਕੀਮਤੀ ਸ਼ਿੰਗਾਰ ਹੈ, ਪਰ ਤੂੰ ਫਿਰ ਵੀ ਨਕਲੀ ਲੋਕਾਂ ਦੇ ਕੋਲ ਤੁਰਿਆ ਫਿਰਦਾ ਹੈ। ਇਹਨਾਂ ਸ਼ਬਦਾਂ ਦੇ ਨਾਲ ਤੇਰੇ ਮਨ ਦੀ ਏਡੀ ਸੁੰਦਰਤਾ ਬਣਨੀ ਸੀ, ਇੰਨਾ ਤੇਰਾ ਹਾਰ ਸ਼ਿੰਗਾਰ ਹੋਣਾ ਸੀ, ਇਹਨਾਂ ਸ਼ਲੋਕਾਂ ਦੇ ਨਾਲ, ਇਹਨਾਂ ਸ਼ਬਦਾਂ ਦੇ ਨਾਲ, ਇਸ ਵਿਚਾਰਧਾਰਾ ਦੇ ਨਾਲ ਤਾਂ ਤੇਰੇ ਮਨ ਦੀ ਚਮਕ ਦਮਕ ਬਣਨੀ ਸੀ, ਪਰ ਤੂੰ ਭਟਕ ਗਿਓ, ਤੂੰ ਤਾਂ ਬਾਹਰੋਂ ਲੱਭਣ ਤੁਰ ਪਿਓ। ਸਤਿਗੁਰੂ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਕਿੰਨਾ ਪਿਆਰਾ ਬਚਨ ਗਰੀਬ ਨਵਾਜ ਜੀ ਨੇ ਆਖਿਆ। ਸਤਿਗੁਰੂ ਕਹਿੰਦੇ ਬਾਹਰ ਢੂੰਡਦਾ ਫਿਰਦਾ ਤਾਂ ਦੁੱਖ ਪਾਉਣਾ ਹੈ, ਘਰ ਅੰਮ੍ਰਿਤ ਤੇਰੇ ਹਿਰਦੇ ਘਰ ਵਿੱਚ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਹਿਰਦੇ ਘਰ ਵਿੱਚ ਅੰਮ੍ਰਿਤ ਦੀ ਦਾਤ ਹੈ, ਅੰਮ੍ਰਿਤ ਦਾ ਖਜ਼ਾਨਾ ਹੈ, ਕਦੇ ਉਹਨੂੰ ਵੀ ਖੋਲ ਕੇ ਵੇਖਿਆ ਕਰ, ਉਹਨੂੰ ਵੀ ਪੜਚੋਲ ਕੇ ਵੇਖਿਆ ਕਰ। ਤੇ ਇਸ ਅੰਮ੍ਰਿਤ ਦੇ ਖਜ਼ਾਨੇ ਨੂੰ, ਸੱਚ ਦੇ ਖਜ਼ਾਨੇ ਨੂੰ ਹੀ ਤਾਂ ਰੱਬ ਆਖਿਆ ਬਾਣੀ ਨੇ, ਹੋਰ ਕਿਹਨੂੰ ਰੱਬ ਆਖਿਆ? ਸੱਚ ਦੀ ਵਿਚਾਰ ਦੇ ਨਾਲ ਜੁੜ ਜਾਣਾ ਹੀ ਤਾਂ ਰੱਬ ਨਾਲ ਮਿਲਣਾ ਹੈ। ਹੋਰ ਕਿਹੋ ਜਿਹਾ ਰੱਬ ਹੈ ਜਿਹੜਾ ਸਾਡੇ ਵਰਗਾ ਥੋੜੀ ਹੈ, ਰੋਜ਼ ਕੱਪੜੇ ਚੇਂਜ ਕਰਦਾ ਹੋਵੇਗਾ, ਰੋਜ਼ ਨਵੇਂ ਨਵੇਂ ਖਾਣੇ ਖਾਂਦਾ ਹੋਵੇਗਾ, ਸੋਹਣਾ ਘਰ ਬਣਾ ਕੇ ਬੈਠਾ ਹੋਵੇਗਾ, ਉਹਦੇ ਘਰ ਅੱਗੇ 2-4 ਪਹਿਰੇਦਾਰ ਵੀ ਖੜੇ ਹੋਣਗੇ, ਉਹਨੇ ਇੱਕ ਤਰ੍ਹਾਂ ਦਾ ਭੋਰਾ ਬਣਾਇਆ ਹੋਵੇਗਾ, ਉਹ ਭੋਰੇ ਵਿੱਚ ਬੰਦਗੀ ਕਰਦਾ। ਸਾਡੇ ਮੁਤਾਬਕ ਤਾਂ ਐਦਾਂ ਦਾ ਰੱਬ ਹੋਵੇਗਾ, ਤਾਂ ਹੀ ਤਾਂ ਇਦਾਂ ਦੀ ਰੂਪ ਰੇਖਾ ਬਣਾ ਲਈ ਨਾ ਅੱਜ ਦੇ ਸਾਧਵਾਦ ਨੇ, ਡੇਰਾਵਾਦ ਨੇ, ਵੀ ਸ਼ਾਇਦ ਰੱਬ ਇਦਾਂ ਦਾ ਤੇ ਅਸੀਂ ਵੀ ਲੋਕਾਂ ਦੇ ਸਾਹਮਣੇ ਇਦਾਂ ਦੇ ਬਣ ਕੇ ਆਈਏ ਤੇ ਲੋਕਾਂ ਨੂੰ ਭੁਲੇਖਾ ਪੈ ਜਾਵੇ ਵੀ ਇਹੋ ਹੀ ਰੱਬ ਨੇ। ਕਿਉਂਕਿ ਅਸਲੀਅਤ ਦੀ ਜਿਹੜੀ ਨਕਲ ਹੈ ਨਾ, ਹੂ ਬੂ ਉਹਦੇ ਵਰਗੀ ਤਿਆਰ ਹੁੰਦੀ ਹੈ। ਰੱਬ ਇਦਾਂ ਦਾ ਨਹੀਂ ਹੈ। ਮਹਾਰਾਜ ਦੀ ਬਾਣੀ ਆਖਦੀ ਹੈ, ਸਭੇ ਕਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇੱਕ ਗੱਲ ਇਹ ਵੀ ਹੈ ਵੀ ਉਹ ਸਾਰੇ ਹਿਰਦਿਆਂ 'ਚ ਵਸਦਾ ਹੈ, ਸਾਰੀਆਂ ਥਾਵਾਂ ਤੇ ਵਸਦਾ ਹੈ, ਸਾਰੇ ਹਿਰਦੇ ਘਰ ਉਹਦੇ ਆਪਣੇ ਬਣਾਏ ਨੇ। ਇਹਨੂੰ ਆਖਿਆ ਸਭੇ ਕਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰੱਬ ਤੋਂ ਬਿਨਾ ਕੌਣ ਬੋਲਦਾ ਹੈ? ਸਾਰਿਆਂ 'ਚ ਹੀ ਰੱਬ ਬੋਲਦਾ ਹੈ। ਏਕਲ ਮਾਟੀ, ਇੱਕ ਮਿੱਟੀ ਲੱਗੀ ਹੈ ਸਾਰੇ ਸਰੀਰਾਂ ਨੂੰ, ਏਕਲ ਮਾਟੀ ਕੁੰਚਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਇੱਕੋ ਮਿੱਟੀ ਦੇ ਸਰੀਰ ਤਿਆਰ ਕੀਤੇ ਨੇ, ਏਕਲ ਮਾਟੀ ਕੁੰਚਰ ਚੀਟੀ। ਕੁੰਚਰ ਕਹਿੰਦੇ ਨੇ ਹਾਥੀ ਨੂੰ, ਚੀਟੀ ਕਹਿੰਦੇ ਨੇ ਕੀੜੀ ਨੂੰ। ਕੀੜੀ ਤੋਂ ਲੈ ਕੇ ਹਾਥੀ ਤੱਕ, ਤਾਕਤਵਰ ਜਾਨਵਰ ਤੱਕ ਵੀ ਉਹਦੀ ਹੋਂਦ ਬੋਲ ਰਹੀ ਹੈ, ਉਹਦੀ ਸੱਤਾ ਕੰਮ ਕਰ ਰਹੀ ਹੈ। ਉਹਦੀ ਸੱਤਾ ਦੇ ਤਹਿਤ ਹੀ ਇੱਕ ਛੋਟੀ ਜਿਹੀ ਕੀੜੀ ਵੱਡੇ ਤਾਕਤਵਰ ਜਾਨਵਰ ਹਾਥੀ ਦੇ ਪ੍ਰਾਣ ਖਿੱਚ ਲੈਂਦੀ ਹੈ। ਇਹ ਉਸ ਮਾਲਕ ਵਾਹਿਗੁਰੂ ਦੀ ਸੱਤਾ ਹੈ, ਇਹ ਉਹਦੀ ਆਪਣੀ ਇੱਕ ਕਲਾ ਹੈ ਇਸ ਤਰ੍ਹਾਂ ਦੀ ਸੰਸਾਰ ਦੇ ਅੰਦਰ। ਔਰ ਇਹਨੂੰ ਅਸੀਂ ਮਹਿਸੂਸ ਕਰਨਾ ਹੈ, ਇਹਨੂੰ ਅਸੀਂ ਨੇੜੇ ਹੋ ਕੇ ਤੱਕਣਾ ਹੈ। ਹਰ ਚੀਜ਼ ਕੁਦਰਤੀ ਦੀ ਬਣਾਈ ਹੋਈ ਨਿੱਕੀ ਨਿੱਕੀ ਚੀਜ਼ ਨੂੰ ਜਦੋਂ ਅਸੀਂ ਨੇੜੇ ਹੋ ਕੇ ਸਮਝਾਂਗੇ, ਫਿਰ ਰੱਬ ਦੂਰ ਨਹੀਂ ਦਿਸੇਗਾ, ਉਹ ਤਾਂ ਨੇੜੇ ਹੈ, ਨਜ਼ਦੀਕ ਹੈ। ਤੋ ਮਹਾਰਾਜ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਸਤਿਗੁਰੂ ਨੇ ਆਖਿਆ ਛੋਡੋ, ਛੱਡਣਾ ਕੀ ਹੈ? ਆ ਜਿਹੜੇ ਲੋਕ ਭੇਖ ਬਣਾ ਕੇ, ਪਹਿਰਾਵੇ ਪਾ ਕੇ, ਗੇਰੂਏ ਬਸਤਰ ਪਹਿਨ ਲੈ, ਨੀਲੇ ਬਸਤਰ ਪਹਿਨ ਲੈ, ਚਿੱਟੇ ਪਹਿਨ ਲੈ, ਘਰ ਛੱਡ ਦਿਓ, ਪਰਿਵਾਰ ਛੱਡ ਦਿਓ, ਚਲੋ ਭਗਤੀ ਕਰਨ ਵਾਸਤੇ ਚੱਲੀਏ। ਮਹਾਰਾਜ ਕਹਿੰਦੇ ਛੋਡੋ ਵੇਸ। ਵੇਸ ਦੇ ਨਾਲ ਰੱਬ ਨਹੀਂ ਮਿਲਦਾ। ਤਰ੍ਹਾਂ ਤਰ੍ਹਾਂ ਦੇ ਜਿਹੜੇ ਬੰਦਾ ਵੇਸ ਧਾਰਨ ਕਰਦਾ ਹੈ, ਇਹ ਤਾਂ ਇੱਕ ਬਾਹਰੀ ਦਿਖਾਵਾ ਰਹਿ ਗਿਆ ਨਾ। ਬਸਤਰ ਤੂੰ ਪਹਿਨਣੇ ਆ, ਤੇਰੇ ਸਰੀਰ ਦੀ ਲੋੜ ਹੈ, ਪਹਿਨ ਕਿਹੋ ਜਿਹੇ, ਜਿਹੋ ਜਿਹੇ ਸੱਭਿਅਕ ਹੋਣ, ਜਿਹੜੇ ਸਮਾਜ ਵਾਲਿਆਂ ਦੇ ਲਈ ਨੰਗੇਜ਼ਪੁਣਾ ਨਾ ਦਿਖਾਉਂਦੇ ਹੋਣ, ਇਹੋ ਜਿਹੇ ਬਸਤਰ ਪਹਿਨ।
तेरे तन नूं ढकदे होण, तेरी पत नूं कजदे होण, वो वस्त्र पहन। ते ये ना आखी कि इन्हां वस्त्रां दे विचों रब दिसेगा भी ये वस्त्र पहने ते लोग कहणगे रब तुरिया जांदा है। ये तो तेरा भेख हो सकता है। छोड़ो वेश भेख चतुराई, महाराज कहते चतुराई भी छड्ड दे, वेश भेख भी छड्ड दे। छोड़ो वेश भेख चतुराई, दुबदा ये फल नाही जियो। महाराज कहते दुबदा, दुबदा का अर्थ हुंदा दुचित्ती विच पै जाना, डबल माइंड हो जाना, दो तरह का सोचना शुरू कर देना। जिस कारज नूं तुरे आ वो असी मिशन वाल नूं तुरे आ, असी सोचते भी अपने मिशन नूं चले आ। एक मन विच ख्याल होना भी मिशन किवें सर करांगे, की पता होवे कि ना होवे। इहनूं कहंदे दुबदा, इहनूं कहंदे दुचित्ती, इहनूं कहंदे डबल माइंड होके बंदा तुरिया फिरदा है। तो मेरे सच्चा पातशाह जी ने सानू इन्हां गल्लां तो वर्ज के मन नूं स्थिर करन लई आखिया ते रब नूं अंदरों खोजण दे लई आखिया। साहिब गुरु तेग बहादुर साहब सच्चा पातशाह जदों बख्शिश करदे ने, महाराज आखदे काहे रे बन खोजन जाई। हे भाई जंगल विच किस वास्ते खोजन जा रहा है? रब जंगल विच थोड़ी बैठा है किधरे। काहे रे बन खोजन जाई सर्ब निवासी। आ बड़ा प्यारा पातशाह जी ने बचन किया है, सोहनी उदाहरण दित्तियां ने। गरीब नवाज कहते सर्ब निवासी, उहदा निवास सारियां विच है। सदा अलेपा, माया दी कालख तो रहत है, निर्लेप है। सर्ब निवासी सदा अलेपा तो ही संग समाई। कहन लगे भी वो तेरे विच भी समाया होया तो फिर जंगलां नूं किधर तुरिया फिरदा है। जे आपां उहनूं सौखा समझना होवे ते परिवार विच रहिंदिआं बच्चिआं च भी, पत्नी च भी, धी च भी, पुत्तर च भी, मां बाप दे विच भी, अपने गुआंढी दे विच भी, समाज विच भी असीं तक सकदे हां। सबना दे विच परिवार दे विच असीं अपने परिवारक मैंबरां दे नाल नफरत करदे हां ते गुरुद्वारे जाके कहने सानूं रब दिस पवे। धार्मिक स्थानां ते कहने असीं रब देखण आए हां। ऐसी हालत दे विचों गुजरदा होया मनुख इन्नी माड़ी ते तरसयोग हालत दे विचों गुजरदा है ते ये गुजरदा होया अजे भी नहीं समझदा, इन्नी माड़ी हालत चों लंघ रहा तां भी नहीं समझ रहा कि मैं जो कर रहा वो ठीक नहीं है, वो तो रब नूं प्रवान ही नहीं है। नफरत इन्हें नका नक भरी हुई है अपनी सुरत विच। हंकार छोटी जी गल तो अग बबूला हो जाता है, हंकार वध जाता है, क्रोध बन जाता है अंदर। इन्नी क जहर बनी है अंदर, हुण तां सप भी ये सोचदा होना भी मेरा जहर तां तेरे अगे एक मामूली चीज़ है, जिन्ना खतरनाक जहर तेरे अंदर है वो तां जहर मैं अपने अंदर पैदा ही नहीं कर सकिया। जिहड़ी जहर दी क्वालिटी बंदिया तेरे कोल है। सप दा डंगिया ते बंदा बच जाता है, पर अपने आप दे विच ये समझ के वेख्यो भी मनुख दा डंगिया बंदा बचदा नहीं है। जदों असीं डंग मारदे हां ना एक दूजे नूं, फिर बचना मुश्किल हो जाता है। इन्ने खतरनाक मनुख दे डंग ने, इन्ना जरीला बन गया मनुख। क्यों बन गया भला? जिहड़ा अंदर अमृत सी उहदी वरतों नहीं कीती, बाहरों बंदा लभदा फिरदा है, बाहरों खोजदा फिरदा है। सतगुरु कहंदे सर्ब निवासी सदा अलेपा तो ही संग समाई। तेरे विच समाया हुआ जिहड़ा सारे संसार विच है, वो तेरे अंदर भी है। पुहप मध ज्यों बास बसत है, जिवें फुल दे विच सुगंधी वसदी है। मुकर माही जैसे शाई, जिवें शीशे दे विच परछावां दिसदा है, साडी तस्वीर दिसदी है। ते महाराज कहंदे तैसे ही हर बसे निरंतर घट ही खोजो पाई। कहण लगे अपने अंदरों खोजो उस मालक नूं, वो तुहाडे अंदर इवें ही वसिया है जिवें एक शीशे दे विच तस्वीर है, जिवें फुल दे विच सुगंधी वसी हुई है। दिसदी नहीं है सुगंधी, पर वसी हुई है। जिवें दुध दे विच घ्यो है पर दिसदा नहीं है, लकड़ दे विच जिवें अग है दिसदी नहीं है। इदा मालक वाहिगुरू दी होंद अस्ती साडे अंदर है, उहदा एहसास करिए, उहनूं महसूस करिए। श्लोक दे राही बाबा फरीद साहब जी, भगत शेख फरीद जी बचन करते हैं, जंगल जंगल क्या पवें, किधर भज्जा फिरदा जंगलों च, वन कंडा मोड़े, जंगलों के वन के कंडे लताड़दा फिरदा है।
ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਕਹਿਣ ਲੱਗੇ ਜੰਗਲ ਵਿੱਚੋਂ ਲੱਭਣ ਵਾਲਿਆ ਕਿਧਰੇ ਆਪਣੇ ਅੰਤਰ ਆਤਮੇ ਨੂੰ ਖੋਜ ਕੇ ਪਰਖ ਕੇ ਵੇਖ, ਆਪਣੀ ਪੜਚੋਲ ਕਰਿਆ ਕਰ। ਸ਼ਲੋਕ ਦਾ ਜਿਹੜਾ ਭਾਵ ਅਰਥ ਹੈ ਉਹ ਇਹ ਹੈ ਕਿ ਅੰਦਰ ਦੀ ਪੜਚੋਲ ਕਰਨੀ, ਅੰਦਰ ਨੂੰ ਧਿਆਨ ਦੇ ਨਾਲ ਸਮਝਣਾ। ਜਿਨ੍ਹਾਂ ਸਤਿਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਅਨੁਭਵ ਕੀਤਾ ਹੈ, ਜਿਨ੍ਹਾਂ ਨੇ ਆਪਣਾ ਤਜਰਬਾ ਹੰਢਾਇਆ ਹੈ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਇਹਨਾਂ ਬਚਨਾਂ ਨੂੰ ਜੀਵਨ ਵਿੱਚ ਕਮਾ ਕੇ ਤੇ ਲਿਖਤੀ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਸਾਡੀ ਝੋਲੀ ਵਿੱਚ ਪਾ ਦਿੱਤਾ ਹੈ। ਗੁਰੂ ਕੇ ਪਿਆਰ ਵਾਲਿਓ, ਉਹਨਾਂ ਨੇ ਇਹ ਸਾਰਾ ਤਜਰਬਾ ਹੰਢਾ ਕੇ ਤੇ ਸਾਨੂੰ ਪ੍ਰੇਰਨਾ ਦਿੱਤੀ ਹੈ ਵੀ ਆਹ ਜੇ ਤੁਸੀਂ ਕਰੋਗੇ ਤੇ ਤੁਹਾਡੇ ਜੀਵਨ ਵਿੱਚ ਆਹ ਪਲਟਾ ਆਵੇਗਾ। ਭਗਤ ਫਰੀਦ ਸਾਹਿਬ ਜੀ ਨੇ ਜੰਗਲਾਂ 'ਚ ਭਗਤੀ ਨਹੀਂ ਕੀਤੀ, ਉਹਨਾਂ ਦੀ ਭਟਕਣਾ ਨਹੀਂ ਸੀ ਕੋਈ, ਉਹਨਾਂ ਨੇ ਬਾਹਰੋਂ ਨਹੀਂ ਲੱਭਿਆ, ਉਹਨਾਂ ਅੰਦਰੋਂ ਖੋਜਿਆ। ਇਸ ਕਰਕੇ ਉਹਨਾਂ ਨੇ ਇਹ ਬਚਨ ਸਾਂਝਾ ਕੀਤਾ ਸਾਡੇ ਨਾਲ ਬਾਣੀ ਵਿੱਚ। ਪਰ ਬਹੁਤਿਆਂ ਨੇ, ਅਨਪੜ੍ਹ ਤੇ ਗਵਾਰ ਬੰਦਿਆਂ ਨੇ ਭਗਤ ਫਰੀਦ ਸਾਹਿਬ ਜੀ ਦੇ ਬਾਰੇ ਵੀ ਕਹਿ ਦਿੱਤਾ, ਉਹ ਜੰਗਲਾਂ 'ਚ ਭਗਤੀ ਕਰਨ ਵਾਸਤੇ ਗਏ। ਉਹਨਾਂ ਨੂੰ ਜਦੋਂ ਭੁੱਖ ਲੱਗਦੀ ਸੀ ਉਹ ਲੱਕੜ ਨੂੰ ਚੱਕ ਮਾਰ ਲੈਂਦੇ ਸੀ। ਇਤਿਆਦਿਕ ਕਹਾਣੀਆਂ ਭਗਤ ਫਰੀਦ ਸਾਹਿਬ ਜੀ ਨਾਲ ਜੋੜੀਆਂ। ਪਰ ਭਗਤ ਫਰੀਦ ਸਾਹਿਬ ਕਹਿੰਦੇ ਜੰਗਲ ਜੰਗਲ ਕਿਆ ਭਵੇਂ। ਉਹ ਦੂਜਿਆਂ ਨੂੰ ਕਹਿੰਦੇ ਨੇ ਵੀ ਕਿਉਂ ਜੰਗਲ 'ਚ ਭਟਕਦਾ ਫਿਰਦਾ ਹੈ, ਕਿਉਂ ਜੰਗਲਾਂ ਦੇ ਕੰਢੇ ਲਤਾੜਦਾ ਫਿਰਦਾ ਹੈ। ਇਹਨਾਂ ਜੰਗਲਾਂ ਦੇ ਕੰਢੇ ਲਤਾੜਨ ਦੀ ਲੋੜ ਨਹੀਂ ਹੈ। ਆਪਣੇ ਅੰਦਰ ਨੂੰ ਪਰਖ, ਆਪਣੇ ਅੰਦਰ ਦੀ ਪੜਚੋਲ ਕਰ। ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੈ। ਤੇਰੇ ਹਿਰਦੇ 'ਚ ਰੱਬ ਵਸਦਾ ਹੈ, ਇਹਦੇ 'ਚੋਂ ਪਰਖ ਕਰ, ਇਹਦੇ 'ਚੋਂ ਪੜਚੋਲ ਕਰ, ਇਹਦੇ ਵਿੱਚੋਂ ਲੱਭਣ ਦਾ ਯਤਨ ਕਰ। ਗੁਰੂ ਰਹਿਮਤ ਕਰੇ ਸਾਨੂੰ ਅੰਤਰ ਆਤਮੇ 'ਚੋਂ ਪੜਚੋਲ ਕਰਨ ਦੀ ਜਾਚ ਆ ਜਾਵੇ, ਅੰਦਰੋਂ ਲੱਭਣ ਦੀ ਬਿਰਤੀ ਆ ਜਾਵੇ, ਅੰਦਰੋਂ ਪਰਖਣਾ ਸ਼ੁਰੂ ਕਰੀਏ। ਕਿਸੇ ਨੂੰ ਨਹੀਂ ਪਰਖਣਾ, ਆਪਣੇ ਆਪ ਨੂੰ ਪਰਖਣਾ ਹੈ, ਆਪਣੇ ਆਪ ਨੂੰ ਕਸਵੱਟੀ ਤੇ ਲਾ ਕੇ ਵੇਖਣਾ ਹੈ। ਨਕਲੀ ਤਾਂ ਨਹੀਂ ਮੈਂ ਕਿਧਰੇ, ਕਿੰਨੀ ਨਕਲ ਹੈ ਮੇਰੇ ਅੰਦਰ, ਉਹਨੂੰ ਦੂਰ ਕਰਨਾ ਹੈ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਸ਼ਲੋਕ ਦੀ ਵਿਚਾਰ ਦੇ ਵਿੱਚ ਜਿਸ ਦਾ ਭਾਵ ਅਰਥ ਇਹ ਬਣਦਾ ਵੀ ਬਾਹਰੋਂ ਨਹੀਂ ਲੱਭਣ ਦੀ ਲੋੜ, ਅੰਦਰ ਖੋਜੀਏ, ਅੰਦਰੋਂ ਵਿਚਾਰੀਏ। ਕਿਸੇ ਦੇ ਅਵਗਣ ਨਾ ਵੇਖ, ਆਪਣੇ ਵੱਲ ਨੂੰ ਵੇਖ। ਉੱਚਾ ਸਿਰ ਚੁੱਕ ਕੇ ਤੁਰਨ ਦਾ ਯਤਨ ਨਾ ਕਰ, ਸਗੋਂ ਅੰਦਰ ਝਾਤੀ ਮਾਰ ਕੇ ਤੁਰਨ ਦਾ ਯਤਨ ਕਰ। ਜਦੋਂ ਉੱਚਾ ਸਿਰ ਕਰਕੇ ਦੁਨੀਆ ਵਾਲਿਆਂ ਦੀਆਂ ਕਮੀਆਂ ਤੱਕਦਾ ਨਾ, ਉਦੋਂ ਮਹਾਰਾਜ ਦੀ ਬਾਣੀ ਕਹਿੰਦੀ ਆਪਣੀਆਂ ਕਮੀਆਂ ਨੂੰ ਪਹਿਲਾਂ ਸਾਹਮਣੇ ਰੱਖ। ਜੇ ਰੱਬ ਦੇ ਨੇੜੇ ਹੋਣਾ ਤੇ ਮਾਲਕ ਦੀ ਨੇੜਤਾ ਲੈਣੀ ਤੇ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਬਾਣੀ ਦੀ ਵਿਚਾਰ ਵਸ ਜਾਵੇ। ਆਪ ਸਭ ਦਾ ਧੰਨਵਾਦ, ਸ਼ੁਕਰਾਨਾ ਮਾਲਕ ਦਾ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼।